पिछले 20 साल तो तकरीबन इत्थे राणा गुरजीत सिंह होना जिहड़े MLA मंत्री भी है पंजाब सरकार दे, उन्हां दा कपूरथले 'च माफिया राज ਚੱਲਣ ਡਿਆ। डर का माहौल आ, आतंक का माहौल आ। वो भी इस गल तो परेशान सी कि असीं साडे दे उपर झूठे परचे हो रहे यार, साडी जिहड़ी हाई कमांड आ कोई साडी सुनवाई नहीं कर रही। राणा गुरजीत सिंह वो कहंदा सीगा कि जिन्हों भी टिकट कपूरथले तो मिलूगी मेरी मर्जी के बगैर नहीं मिलूगी। कपूरथले शरेआम जिहड़ा नशा आ वो विक रिहा, लोकां दे धीआं पुत्तर मर रहे आ। मैं समझदा कि राणा गुरजीत सिंह का जिहड़ा 20 साल का इत्थे माफिया राज आ, गुंडागर्दी आ, डराउण की राजनीति आ, परचें की राजनीति आ। ਤੁਸੀਂ जुड़े हुए हो जीत वैब टीवी ਦੇ ਨਾਲ ਤੇ ਮੈਂ ਹਾਂ ਅਮਰਜੀਤ ਸਿੰਘ ਸਡਾਨਾ। ਅੱਜ ਅਸੀਂ ਮੌਜੂਦ ਹਾਂ ਵਿਧਾਨ ਸਭਾ ਹਲਕਾ ਕਪੂਰਥਲਾ ਵਿਖੇ ਤੇ ਸਾਡੇ ਨਾਲ ਮੌਜੂਦ ਹਨ ਕਪੂਰਥਲਾ ਤੋਂ ਭਾਜਪਾ ਦੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ, ਜਿਨ੍ਹਾਂ ਨਾਲ ਗੱਲ ਕਰਕੇ ਜਾਣਾਂਗੇ ਕਿ ਭਾਜਪਾ ਦੀਆਂ ਕਿਹੜੀਆਂ ਨੀਤੀਆਂ ਹਨ ਜਿਹੜੀਆਂ ਉਹ ਆਪਣੇ ਹਲਕੇ ਦੇ ਵਿੱਚ ਲੋਕਾਂ ਤੱਕ ਪਹੁੰਚਾ ਰਹੇ ਹਨ ਔਰ ਚੋਣ ਪ੍ਰਚਾਰ ਕਰ ਰਹੇ ਹਨ, ਕਿਸ ਤਰੀਕੇ ਦਾ ਚੋਣ ਪ੍ਰਚਾਰ ਹੈ ਔਰ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਜਿਹੜਾ ਉਹਨਾਂ ਨੂੰ ਮਿਲ ਰਿਹਾ ਹੈ। ਉਹਨਾਂ ਨਾਲ ਗੱਲ ਕਰਕੇ ਜਾਣਦੇ ਹਾਂ ਵੀ ਪਾਰਟੀ ਪੱਧਰ ਦੇ ਉੱਤੇ ਲੋਕਾਂ ਨੂੰ ਨਾਲ ਜੋੜਨ ਦੇ ਔਰ ਚੋਣਾਂ ਦੀ ਮੁਹਿੰਮ ਨੂੰ ਤੇਜ਼ ਕਰਨ ਦੇ ਕਿਹੜੇ-ਕਿਹੜੇ ਉਪਰਾਲੇ ਉਹਨਾਂ ਵੱਲੋਂ ਕੀਤੇ ਜਾ ਰਹੇ ਹਨ। ਸਵਾਗਤ ਹੈ ਜੀ, ਬਹੁਤ-ਬਹੁਤ ਤੁਹਾਡਾ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਸ਼੍ਰੀ ਰਾਮ। ਜਥੇਦਾਰ ਜੀ, ਰਾਜਨੀਤੀ 'ਚ ਆਉਣ ਦੇ ਉਦੇਸ਼ ਦੀ ਜੇ ਗੱਲ ਕਰੀਏ, ਤੁਸੀਂ ਲੰਮੇ ਸਮੇਂ ਤੋਂ ਭਾਵੇਂ ਰਾਜਨੀਤੀ ਨਾਲ ਜੁੜੇ ਹੋ, ਪਰ ਚੋਣਾਂ ਦੇ ਦੌਰਾਨ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੁਸੀਂ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਤੇ ਹੁਣ ਭਾਜਪਾ ਦੀ ਟਿਕਟ ਤੋਂ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹੋ। ਅਕਾਲੀ ਦਲ ਤੋਂ ਇੱਧਰ ਆਉਣ ਦਾ ਜਿਹੜਾ ਕਾਰਨ ਮੁੱਖ ਕੀ ਰਿਹਾ ਔਰ ਕਿਸ ਤਰੀਕੇ ਨਾਲ ਉਸਨੂੰ ਦੇਖਦੇ ਹੋ? ਕਪੂਰਥਲਾ ਹਲਕਾ ਪਿਛਲੇ 20 ਸਾਲ ਤੋਂ ਤਕਰੀਬਨ ਇੱਥੇ ਰਾਣਾ ਗੁਰਜੀਤ ਸਿੰਘ ਹੋਣਾ ਜਿਹੜੇ MLA ਮੰਤਰੀ ਵੀ ਆ ਪੰਜਾਬ ਸਰਕਾਰ ਦੇ, ਉਹਨਾਂ ਦਾ ਕਪੂਰਥਲੇ 'ਚ ਮਾਫੀਆ ਰਾਜ ਚੱਲਣ ਡਿਆ। ਮਾਫੀਆ ਰਾਜ ਚੱਲਣ ਡਿਆ, ਜਿਵੇਂ ਕਿ ਨਸ਼ੇ ਦਾ ਵਪਾਰ ਖੁੱਲ੍ਹ ਕੇ ਹੋ ਰਿਹਾ, ਤੁਸੀਂ ਵੀ ਸ਼ਹਿਰਦਾਰ ਹੋ ਸਾਰੇ। ਝੂਠੇ ਪਰਚਿਆਂ ਦੀ ਰਾਜਨੀਤੀ ਹੋ ਰਹੀ ਆ। ਕਪੂਰਥਲੇ ਦੇ ਵਪਾਰੀ ਆ, ਆਮ ਲੋਕ ਆ, ਜ਼ਿਮੀਂਦਾਰ ਆ, ਡਰ ਦਾ ਮਾਹੌਲ ਆ, ਆਤੰਕ ਦਾ ਮਾਹੌਲ ਆ। ਕੋਈ ਖੁੱਲ੍ਹ ਕੇ ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਆਪਾਂ ਤਾਂ ਹੋਰ ਪਾਰਟੀ ਦੇ ਬੰਦੇ ਆ, ਜਿਹੜੇ ਖੁਦ ਕਾਂਗਰਸ ਪਾਰਟੀ ਦੇ ਹੀ ਬੰਦੇ ਆ, ਉਹ ਵੀ ਜ਼ਿਆਦਾ ਡਰ ਦੇ ਮਾਹੌਲ ਦੇ ਵਿੱਚ ਆ। ਸੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀਗਾ ਉਹ ਇੱਥੇ ਰਾਣੇ ਗੁਰਜੀਤ ਸਿੰਘ ਦੇ ਨਾਲ ਰਲਿਆ ਹੋਇਆ ਸੀ ਕਿ ਉੱਥੇ ਕੋਈ ਉਹਦੇ ਮੁਕਾਬਲੇ ਕੋਈ ਬੰਦਾ ਦੇ ਨਹੀਂ ਰਿਹਾ ਸੀ। ਸੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਇੱਥੇ ਵੋਟ ਬੈਂਕ ਸੀ, ਜੋ ਸਾਡੇ ਨਾਲ ਲੋਕ ਜੁੜੇ ਹੋਏ ਸੀ, ਉਹ ਵੀ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਅਸੀਂ ਸਾਡੇ ਦੇ ਉੱਪਰ ਝੂਠੇ ਪਰਚੇ ਹੋ ਰਹੇ ਯਾਰ, ਸਾਡੀ ਜਿਹੜੀ ਹਾਈ ਕਮਾਂਡ ਆ ਕੋਈ ਸਾਡੀ ਸੁਣਵਾਈ ਨਹੀਂ ਕਰ ਰਹੀ। ਕਿਉਂਕਿ ਉਹ ਰਾਣਾ ਗੁਰਜੀਤ ਸਿੰਘ ਉਹ ਕਹਿੰਦਾ ਸੀਗਾ ਕਿ ਜਿਹਨੂੰ ਵੀ ਟਿਕਟ ਕਪੂਰਥਲੇ ਤੋਂ ਮਿਲੂਗੀ ਮੇਰੀ ਮਰਜ਼ੀ ਦੇ ਬਗੈਰ ਨਹੀਂ ਮਿਲੂਗੀ। ਮੈਂ ਇੱਥੇ ਇਹ ਗੱਲ 'ਚ ਐਡ ਕਰਨਾ ਚਾਹੁੰਦਾ ਵੀ ਜਦੋਂ ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਚੋਣ ਹਾਰੇ ਸੀਗੇ ਰਾਣਾ ਗੁਰਜੀਤ ਸਿੰਘ ਤੋਂ। ਚੋਣਾਂ ਦੇ ਹਾਰਨ ਦਾ ਮਾਰਜਨ ਬਹੁਤ ਘੱਟ ਸੀ। ਉਸ ਤੋਂ ਬਾਅਦ ਸਰਬਜੀਤ ਸਿੰਘ ਮੱਕੜ ਚੋਣ ਹਾਰੇ, ਉਹਨਾਂ ਦਾ ਮਾਰਜਨ ਵੱਧ ਗਿਆ। ਹੁਣ ਜੋ ਪਿਛਲੀ ਚੋਣ ਹਾਰੇ ਉਹ 29,000 ਤੋਂ ਉੱਪਰ ਦੇ ਮਾਰਜਨ 'ਤੇ ਅਕਾਲੀ ਦਲ ਹਾਰਿਆ। ਕੀ ਕਾਰਨ ਦੇਖਦੇ ਹੋ ਵੀ ਅਕਾਲੀ ਦਲ ਦੀ ਸਥਿਤੀ ਉਸ ਸਮੇਂ ਕੀ ਸੀ ਔਰ ਕਿਉਂ ਇੰਨਾ ਮਾਰਜਨ ਜਿਹੜਾ ਵਾ ਉਹ ਦਿਨ ਬ ਦਿਨ ਵੱਧਦਾ ਗਿਆ ਅਕਾਲੀ ਦਲ ਦੇ ਹਾਰਨ ਦਾ? ਅਕਾਲੀ ਦਲ ਦੀਆਂ ਕਪੂਰਥਲੇ ਪ੍ਰਤੀ ਨੀਤੀਆਂ ਜੀ, ਕਪੂਰਥਲੇ 'ਚੋਂ ਗਿਣਦੇ ਨਹੀਂ, ਸੀਟ ਹੀ ਨਹੀਂ ਗਿਣਦੇ ਕਪੂਰਥਲੇ ਆਪਣੇ ਹਲਕੇ ਦੇ ਵੀ ਸਾਡੀ ਅਕਾਲੀ ਦੀ ਸੀਟ ਹੈਗੀ ਹੈ। ਸੋ ਜਿਹੜਾ ਮੇਨ ਕਾਰਨ ਇਹ ਆ ਕਿ ਉਹਨਾਂ ਦੀ ਆਪਸੀ ਜਿਹੜੀ ਆ ਭਾਈਵਾਲੀ ਆ, ਕਾਰੋਬਾਰੀ ਸਾਂਝ ਆ, ਅਤੇ ਉਹ ਰਾਣੇ ਗੁਰਜੀਤ ਨੂੰ ਹਰਾਉਣਾ ਨਹੀਂ ਚਾਹੁੰਦੇ। ਜਥੇਦਾਰ ਜੀ, ਜੇ ਹੁਣ ਗੱਲ ਕਪੂਰਥਲਾ ਹਲਕੇ ਦੀ ਕਰੀਏ ਤੇ ਸੱਤਾ ਵਿੱਚ ਜੇ ਆਉਂਦੇ ਆ ਤਾਂ ਕਿਹੜੇ ਤੁਸੀਂ ਮੁੱਖ 4-5 ਮੁੱਦੇ ਦੇਖਦੇ ਆ ਵਿਕਾਸ ਦੇ ਜਾਂ ਸ਼ਹਿਰ ਨਾਲ ਔਰ ਹਲਕੇ ਨਾਲ ਜੁੜੇ ਹੋਏ ਜਿਹੜੇ ਦੂਰ ਕਰਨਾ ਚਾਹੋਗੇ, ਉਹ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਨਹੀਂ ਹੋਏ? ਦੇਖੋ ਜੀ, ਭਾਰਤੀ ਜਨਤਾ ਪਾਰਟੀ ਦਾ ਇੱਕ ਮੁੱਖ ਉਦੇਸ਼ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਪੰਜਾਬ ਨੂੰ ਭ੍ਰਸ਼ਟਾਚਾਰ ਮੁਕਤ ਕਰਨਾ। ਜੇ ਆਪਾਂ ਕਪੂਰਥਲੇ ਦੀ ਗੱਲ ਕਰੀਏ ਤਾਂ ਕਪੂਰਥਲੇ ਸ਼ਰੇਆਮ ਜਿਹੜਾ ਨਸ਼ਾ ਆ ਉਹ ਵਿਕ ਰਿਹਾ, ਲੋਕਾਂ ਦੇ ਧੀਆਂ ਪੁੱਤਰ ਮਰ ਰਹੇ ਆ, ਬਜ਼ੁਰਗ ਜਿਹੜੇ ਆ ਉਹਨਾਂ ਵਾਸਤੇ ਕੋਈ ਸਿਹਤ ਸਹੂਲਤਾਂ ਹੈ ਨਹੀਂ, ਔਰ ਜਿਹੜੇ ਪਿੰਡਾਂ ਦੇ ਵਿੱਚ ਆ, ਸ਼ਹਿਰ ਦੇ ਵਿੱਚ ਆ, ਝੂਠੇ ਪਰਚੇ ਕੀਤੇ ਜਾ ਰਹੇ ਆ। ਜਿਹੜੇ ਕਪੂਰਥਲੇ ਦੇ ਆਪਣੇ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਪਰ ਕੁਛ ਜਿਹੜੇ MC ਬਣੇ, ਉਹਨਾਂ ਦਾ ਜਿਹੜਾ ਪਿਛੋਕੜ ਸੀ ਉਹ ਅਪਰਾਧੀ ਸੀ। ਉਸ ਦੇ ਬਾਵਜੂਦ ਉਹਨਾਂ ਨੂੰ ਟਿਕਟਾਂ ਦੇ ਕੇ ਅਤੇ ਉਹਨਾਂ ਨੂੰ ਆਪਣਾ ਨਵਾਜਿਆ ਗਿਆ ਅਤੇ MC ਬਣਾਇਆ ਗਿਆ, ਔਰ ਉਹ ਲੋਕ MC ਬਣਨ ਤੋਂ ਬਾਅਦ ਵੀ ਜਿਹੜੀ ਗੁੰਡਾਗਰਦੀ ਸ਼ਹਿਰ ਦੇ ਵਿੱਚ ਕਰਨੋਂ ਨਹੀਂ ਹਟੇ। ਮੈਂ ਸਮਝਦਾ ਕਿ ਰਾਣਾ ਗੁਰਜੀਤ ਸਿੰਘ ਦਾ ਜਿਹੜਾ 20 ਸਾਲ ਦਾ ਇੱਥੇ ਮਾਫੀਆ ਰਾਜ ਆ, ਗੁੰਡਾਗਰਦੀ ਆ, ਡਰਾਉਣ ਦੀ ਰਾਜਨੀਤੀ ਆ, ਪਰਚਿਆਂ ਦੀ ਰਾਜਨੀਤੀ ਆ, ਉਸ ਤੋਂ ਛੁਟਕਾਰਾ ਦਿਵਾਇਆ ਜਾਊਗਾ। ਔਰ ਜਿਹੜੀ ਕਪੂਰਥਲੇ ਦੇ ਲੋਕਲ ਕੰਮ ਆ, ਰਾਣਾ ਗੁਰਜੀਤ ਸਿੰਘ ਨੇ ਇੱਕ ਐਲਾਨ ਕੀਤਾ ਸੀ ਕਿ ਮੈਂ ਕਪੂਰਥਲੇ ਨੂੰ ਪੈਰਿਸ ਬਣਾ ਦਊਂਗਾ। ਤੁਸੀਂ ਪੈਰਿਸ ਤੁਹਾਡੇ ਸਾਹਮਣੇ ਆ ਜੀ, ਜਿਹੜਾ ਕਪੂਰਥਲੇ ਤੋਂ 20 ਸਾਲ ਤੋਂ ਸਿਵਲ ਹਸਪਤਾਲ ਚੱਲਣਾ ਕਪੂਰਥਲੇ ਆਪਣੇ, ਉੱਥੇ ਤੁਸੀਂ ਅੱਜ ਹੁਣ ਕਿਸੇ ਰੱਬ ਨਾ ਕਰੇ ਕਿਸੇ ਨੂੰ ਕੋਈ ਭੈਣ ਭਰਾ ਨੂੰ ਲੋੜ ਪੈ ਜਾਵੇ,
ਉਹ ਤੁਹਾਨੂੰ 1 ਮਿੰਟ ਤੋਂ ਪਹਿਲਾਂ ਰੈਫਰ ਕਰ ਦੇਣਗੇ ਜਾਂ ਲੁਧਿਆਣੇ ਜਾਂ ਚੰਡੀਗੜ੍ਹ ਵਾਸਤੇ, ਕਿਉਂਕਿ ਉਹਨਾਂ ਕੋਲ ਕੋਈ ਉੱਥੇ ਕੋਈ ਮਸ਼ੀਨਾਂ ਹੈ ਨਹੀਂ, ਕੋਈ ਸਿਹਤ ਸਹੂਲਤਾਂ ਵਾਸਤੇ ਕੋਈ ਨਵਾਂ ਸਮਾਨ ਹੈ ਨਹੀਂ। ਔਰ ਜਦੋਂ 5 ਤਰੀਕ ਨੂੰ ਮੋਦੀ ਸਾਹਿਬ ਇੱਥੇ ਪੰਜਾਬ ਆਏ ਆ, ਉਹਨਾਂ ਨੇ ਆਪਣੇ ਫਿਰੋਜ਼ਪੁਰ ਦੇ ਵਿੱਚ PGI ਸੈਟੇਲਾਈਟ ਦਾ ਉਦਘਾਟਨ ਕਰਨਾ ਸੀ। ਫਿਰ ਆਪਣੇ ਕਪੂਰਥਲੇ ਨੂੰ ਇੱਕ ਮੈਡੀਕਲ ਕਾਲਜ ਮਿਲਣ ਜਾ ਰਿਹਾ ਜਿਹੜਾ ਕਿ ਕਰੋੜਾਂ ਦਾ ਪ੍ਰੋਜੈਕਟ ਸੀ, ਜਿਸ ਦੇ ਨਾਲ ਕਿ ਸਾਡੇ ਕਪੂਰਥਲਾ ਹਲਕਾ ਵਾਸੀਆਂ ਨੂੰ ਨਵੀਆਂ ਆਧੁਨਿਕ ਮਸ਼ੀਨਾਂ ਦੇ ਨਾਲ ਲੈਸ ਇੱਕ ਮੈਡੀਕਲ ਕਾਲਜ ਮਿਲਣਾ ਸੀਗਾ, ਜਿਹੜਾ ਕਿ ਕਾਂਗਰਸੀਆਂ ਨੇ ਦੇ ਵਰਕਰਾਂ ਨੇ ਕਿਸਾਨੀ ਭੇਸ ਦੇ ਵਿੱਚ ਮੋਦੀ ਜੀ ਦਾ ਵਿਰੋਧ ਕਰਕੇ ਤੇ ਉਹ ਪੰਜਾਬ ਦਾ ਨੁਕਸਾਨ ਕੀਤਾ। ਜਦੋਂ ਇੱਕ ਆਮ ਲੋਕਾਂ ਦੇ ਨਾਲ ਗੱਲ ਆਪਾਂ ਕਰਦੇ ਹਾਂ ਤਾਂ ਉਹ ਕਹਿੰਦੇ ਯਾਰ ਮੋਦੀ ਸਾਹਿਬ ਪੰਜਾਬ ਨੂੰ ਕੁਛ ਦੇਣ ਹੀ ਆ ਰਿਹਾ ਸੀ, ਯਾਰ ਲੈਣ ਥੋੜ੍ਹਾ ਆ ਰਿਹਾ ਸੀ। ਅਤੇ ਸੋ ਇਸ ਕਰਕੇ ਜਿਹੜਾ ਕਾਂਗਰਸ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ। 84 ਦੇ ਵਿੱਚ ਜੋ ਕੁਛ ਇਹਨਾਂ ਨੇ ਕੀਤਾ, ਮੈਂ ਨਹੀਂ ਕਹਿੰਦਾ ਸਿੱਖਾਂ ਨੂੰ ਇਕੱਲਿਆਂ ਨੂੰ ਇਹਨਾਂ ਨੇ ਟਾਰਗੇਟ ਕੀਤਾ, ਜਿਹੜਾ ਵੀ ਕੋਈ ਪੰਜਾਬੀ ਬੋਲਦਾ ਬੰਦਾ ਸੀਗਾ ਉਸ ਨੂੰ ਕੋਹ ਕੇ ਮਾਰਿਆ ਅਤੇ ਗੁਰਧਾਮਾਂ ਦੀ ਬੇਅਦਬੀ ਕੀਤੀ। ਸੋ ਜਿਹੜੀ ਭਾਰਤੀ ਜਨਤਾ ਪਾਰਟੀ ਆ, ਇਹਨੇ ਕੋਈ ਐਸਾ ਕੰਮ ਨਹੀਂ ਕੀਤਾ ਕਿ ਜਿਹਦੇ ਨਾਲ ਕਿ ਅਸੀਂ ਕਹਿ ਸਕੀਏ ਕਿ ਮੋਦੀ ਕੋਈ ਪੰਜਾਬ ਵਿਰੋਧੀ ਆ ਜਾਂ ਆਪਣਾ ਸਿੱਖ ਵਿਰੋਧੀ ਆ। ਮੋਦੀ ਸਾਹਿਬ ਨੇ ਜੇ ਸਿੱਖਾਂ ਦੀ ਗੱਲ ਕਰ ਲਈਏ ਆਪਾਂ ਜਾਂ ਪੰਜਾਬ ਦੀ ਗੱਲ ਕਰ ਲਈਏ, ਉਹਨਾਂ ਨੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕੀਤੀਆਂ, ਉਹਨਾਂ ਨੇ ਦਰਬਾਰ ਸਾਹਿਬ ਤੋਂ GST ਖਤਮ ਕੀਤੀ, ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਦੁਨੀਆ ਦੀ ਹਰ ਇੱਕ ਅੰਬੈਸੀ ਵਿੱਚ ਮਨਾਇਆ ਗਿਆ ਔਰ ਉੱਥੋਂ ਦੀ ਲੈਂਗੁਏਜ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਗਿਆ। ਸਾਡੀ ਰੋਜ਼ ਅਰਦਾਸ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਬਖਸ਼ੋ। ਔਰ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ, ਉਹ ਵੀ 70-75 ਸਾਲ ਤੋਂ ਸਰਕਾਰਾਂ ਬਣਦੀਆਂ ਆ ਰਹੀਆਂ, ਕਿਸੇ ਨੇ ਨਹੀਂ ਖੋਲ੍ਹਿਆ। ਫਿਰ ਜਿਹੜਾ ਇੱਕ ਆਪਣਾ ਉਹਨਾਂ ਨੇ ਸਭ ਤੋਂ ਵੱਡਾ ਅਹਿਮ ਕੰਮ ਕੀਤਾ ਕਿ ਜਿਹੜੀ ਛੁੱਟੀ ਨਹਿਰੂ ਦੇ ਨਾਂ 'ਤੇ ਹੁੰਦੀ ਸੀ 14 ਨਵੰਬਰ ਦੀ, ਉਸ ਨੂੰ ਬਦਲ ਕੇ 26 ਦਸੰਬਰ ਨੂੰ ਵੀਰ ਬਾਲ ਦਿਵਸ, ਜਿਹਨਾਂ ਨੂੰ ਆਪਾਂ ਸਤਿਕਾਰ ਦੇ ਨਾਲ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਪੁਕਾਰਦੇ ਹਾਂ। ਬਹੁਤ ਲਾਸਾਨੀ ਸ਼ਹਾਦਤ ਆ ਔਰ ਬਹੁਤ ਮਹਾਨ ਆ, ਆਪਣੀ ਆਪਣੇ ਤੋਂ ਵੱਡੇ ਨੂੰ ਬਾਬਾ ਜੀ ਕਹਿੰਦੇ ਆ। ਉਹਨਾਂ ਦੀ ਯਾਦ ਵਿੱਚ 26 ਦਸੰਬਰ ਨੂੰ ਛੁੱਟੀ ਕੀਤੀ ਗਈ। ਪਹਿਲਾਂ ਵੀ ਸਰਕਾਰਾਂ 75 ਸਾਲ ਤੋਂ ਚੱਲ ਰਹੀਆਂ, ਕਿਸੇ ਨੇ ਸੋਚਿਆ ਨਹੀਂ ਇਸ ਬਾਰੇ। ਸੋ ਮੈਂ ਸਮਝਦਾ ਕਿ ਬਹੁਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 400 ਸਾਲਾ ਪੁਰਬ ਮਨਾਇਆ ਜਾ ਰਿਹਾ, ਹਰ ਇੱਕ ਗਵਰਨਰ ਹਾਊਸ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾ ਕੇ ਉੱਥੇ ਦੀ ਹਰ ਇੱਕ ਜਿਹੜੀ ਸਟੇਟ ਆ ਉਹਦੀਆਂ ਲੈਂਗੁਏਜ ਦੇ ਵਿੱਚ ਉਹਦਾ ਪ੍ਰਚਾਰ ਪ੍ਰਸਾਰ ਕੀਤਾ ਗਿਆ। ਸੋ ਮੈਂ ਸਮਝਦਾ ਕਿ ਜਿਹੜਾ ਕਿਸਾਨੀ ਮੁੱਦਾ ਸੀਗਾ, ਉਹ ਜਦੋਂ ਕਾਨੂੰਨ ਬਣ ਗਏ, ਅਸੀਂ ਵੀ ਵਿਰੋਧ ਕੀਤਾ ਉਸ ਚੀਜ਼ ਦਾ। ਇਹ ਨਹੀਂ ਕਿ ਅਸੀਂ ਨਹੀਂ ਕੀਤਾ, ਅਸੀਂ ਵੀ 1 ਸਾਲ ਉੱਥੇ ਬਾਰਡਰਾਂ ਉੱਪਰ ਜਾਂਦੇ ਰਹੇ ਹਾਂ, ਸਾਡਾ ਲੰਗਰ ਚੱਲਦਾ ਰਿਹਾ ਉੱਥੇ 1 ਸਾਲ ਪੂਰਾ। ਪਰ ਕਿਸਾਨੀ ਵਿਰੋਧ ਦਾ ਤੁਹਾਨੂੰ ਪਿੰਡਾਂ 'ਚ ਪ੍ਰਚਾਰ ਕਰਨ ਜਾਂਦੇ ਹੋ, ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿ ਲੋਕ ਬਹੁਤ ਵਿਰੋਧ ਸੀਗੇ, ਕੇਂਦਰ ਦੀ ਜਿਹੜੀ ਮੋਦੀ ਸਰਕਾਰ ਦੇ ਵਿਰੋਧ 'ਚ ਸੀਗੇ ਔਰ ਲੋਕਾਂ ਨੇ ਬੜਾ 1.5 ਸਾਲ ਇਸ ਗੱਲ ਦਾ ਬੁਰਾ ਵੀ ਮਨਾਇਆ ਵੀ ਸਾਨੂੰ ਸੜਕਾਂ 'ਤੇ ਕੱਟਣੀ ਪਈ। ਚੋਣ ਪ੍ਰਚਾਰ 'ਚ ਇਸ ਤਰੀਕੇ ਦਾ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ? ਨਹੀਂ ਜੀ, ਐਸੀ ਕੋਈ ਗੱਲ ਨਹੀਂ ਹੈ। ਜਦੋਂ ਇਹ ਸਾਰਾ ਕਾਂਗਰਸ ਦਾ ਕੂੜ ਪ੍ਰਚਾਰ ਹੈ ਜੀ ਕਿ ਮੋਦੀ ਇੱਦਾਂ ਜਦ ਕਿ ਜਦੋਂ ਆਪਾਂ ਕਿਸੇ ਨੂੰ ਗੱਲ ਕਰਦੇ ਹਾਂ ਕਿ ਭਾਈ ਜਦੋਂ ਆਪਾਂ ਕਾਨੂੰਨ ਬਣੇ ਸੀ, ਉਹ ਕਾਨੂੰਨ ਮੋਦੀ ਸਾਹਿਬ ਨੇ ਵਾਪਸ ਲੈ ਲਏ। ਜਦ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਉਹ ਕਾਨੂੰਨਾਂ ਦਾ, ਤਾਂ ਫਿਰ ਤਾਂ ਇਹ ਆ ਵੀ ਪੰਜਾਬੀ ਭਾਸ਼ਾ 'ਚ ਵੀ ਆਟਾ ਗੁੰਨਦੀ ਹਿਲਦੀ ਕਾਹਤੋਂ ਆ। ਸੋ ਇਸ ਕਰਕੇ ਜਿਹੜੇ ਕਾਂਗਰਸ ਦਾ ਕੂੜ ਪ੍ਰਚਾਰ ਆ, ਉਸ ਦਾ ਜਵਾਬ ਜਦੋਂ ਆਪਾਂ ਅਸੀਂ ਪਿੰਡਾਂ 'ਚ ਜਾਂਦੇ ਹਾਂ, ਲੋਕ ਸਵਾਲ ਕਈ ਕਰਦੇ ਵੀ ਆ, ਪਰ ਜਦੋਂ ਆਪਾਂ ਉਹਨਾਂ ਨੂੰ ਸਮਝਾਉਂਦੇ ਹਾਂ ਵੀ ਦੱਸੋ ਭਾਈ ਵੀ ਆਪਾਂ ਜਦ ਕੋਈ ਬੰਦਾ ਕੋਈ ਗਲਤੀ ਹੋ ਜਾਵੇ, ਪ੍ਰਧਾਨ ਮੰਤਰੀ ਗਲਤੀ ਮੰਨ ਜਾਵੇ ਵੀ ਮੈਂ ਕਿਸੇ ਕੋਲੋਂ ਮੈਂ ਸਮਝਾ ਨਹੀਂ ਪਾਇਆ ਸਾਰਿਆਂ ਨੂੰ ਇਸ ਕਰਕੇ ਮੈਂ ਵਾਪਸ ਲੈਣਾ, ਕਿਉਂਕਿ ਲੋਕਾਂ ਦੀ ਆਵਾਜ਼ ਸੀ ਬਣ ਗਈ ਇੱਕ, ਅਤੇ ਉਹਨਾਂ ਨੇ ਵਾਪਸ ਲੈ ਲਿਆ। ਹੁਣ ਕੋਈ ਮੁੱਦਾ ਹੀ ਨਹੀਂ ਰਹਿ ਗਿਆ। ਸੋ ਇਸ ਕਰਕੇ ਜਿਹੜਾ 2 ਹੀ ਪਾਰਟੀਆਂ ਹਿੰਦੁਸਤਾਨ ਦੇ ਵਿੱਚ ਹੈਗੀਆਂ, ਇੱਕ ਕਾਂਗਰਸ ਪਾਰਟੀ, ਇੱਕ ਭਾਰਤੀ ਜਨਤਾ ਪਾਰਟੀ ਆ। ਤੁਹਾਨੂੰ ਇੱਕ ਚੂਜ਼ ਕਰਨੀ ਪਊਗੀ ਉਹਦੇ ਵਿੱਚੋਂ। ਕਾਂਗਰਸ ਨੂੰ ਅਸੀਂ ਤਾਂ ਨਹੀਂ ਚੂਜ਼ ਕਰ ਸਕਦੇ ਕਿ ਉਹ 84 'ਚ ਜੋ ਉਹਨਾਂ ਨੇ ਕੀਤਾ, ਉਹ ਇੱਕ ਸਿੱਖ ਹੋਣ ਦੇ ਨਾਤੇ ਨਾ ਉਹ ਭੁੱਲਣਯੋਗ ਆ ਨਾ ਉਹ ਬਖਸ਼ਣਯੋਗ ਆ। ਔਰ ਭਾਰਤੀ ਜਨਤਾ ਪਾਰਟੀ ਨੇ ਐਸਾ ਕੋਈ ਵੀ ਕੰਮ ਕੀਤਾ ਹੋਵੇ ਤੁਸੀਂ ਸਾਨੂੰ ਦੱਸੋ ਕਿ ਜਿਹੜਾ ਕਿ ਸਿੱਖ ਵਿਰੋਧੀ ਹੋਵੇ ਜਾਂ ਪੰਜਾਬ ਵਿਰੋਧੀ ਹੋਵੇ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਆ, ਇਹਦੇ ਬੜੇ ਸੰਵੇਦਨਸ਼ੀਲ ਮੁੱਦੇ ਆ ਜਿਨ੍ਹਾਂ ਦਾ ਕਿ ਹੱਲ ਕਰਨਾ ਬਹੁਤ ਜ਼ਰੂਰੀ ਆ। ਦੂਜੇ ਪਾਸੇ ਜੇ ਆਪਾਂ ਦੇਖ ਲਈਏ ਕਿ ਆਪਣਾ ਝੂਠੇ ਲਾਰੇ ਲਾਉਣ ਵਿੱਚ ਕਾਂਗਰਸ ਸਰਕਾਰ ਜਿਹੜੀ ਪਾਰਟੀ ਆ, ਉਹ ਤੁਹਾਨੂੰ ਕਹਿੰਦੇ ਨਸ਼ਾ ਖਤਮ ਕਰ ਦੇਵਾਂਗੇ, ਤੁਹਾਨੂੰ ਬੱਚਿਆਂ ਨੂੰ ਮੋਬਾਈਲ ਦੇ ਦੇਵਾਂਗੇ, ਬਹੁਤ ਸਾਰੇ ਝੂਠੇ ਲਾਰੇ ਲਾਏ, ਕੋਈ ਵੀ ਜਿਹੜਾ ਉਹ ਹੱਲ ਨਹੀਂ ਕੀਤਾ। ਪੰਜਾਬ ਦੇ ਲੋਕ ਤਰਾਹ ਕਰ ਉੱਠੇ। ਔਰ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਉਹ ਵੀ ਕਹਿੰਦੇ ਅਸੀਂ 1000 ਰੁਪਈਆ ਦੇਵਾਂਗੇ ਬੀਬੀਆਂ ਨੂੰ, 2000 ਰੁਪਈਆ ਦੇਵਾਂਗੇ ਬੀਬੀਆਂ ਨੂੰ। ਆਮ ਆਦਮੀ ਪਾਰਟੀ ਵੀ ਇੱਦਾਂ ਕਹਿੰਦੀ ਆ, ਕੇਜਰੀਵਾਲ ਵੀ ਇੱਦਾਂ ਕਹਿੰਦਾ। ਔਰ ਮੈਂ ਸਮਝਦਾ ਕਿ ਇਹਨਾਂ ਨੂੰ ਦੇਣੇ ਕਿੱਥੋਂ ਆ। ਸਭ ਤੋਂ ਵੱਡਾ ਜਿਹੜਾ ਇਸ਼ੂ ਆ, ਇਹਨਾਂ ਨੇ ਪੰਜਾਬ ਨੂੰ ਅਕਾਲੀਆਂ ਨੇ ਅਤੇ ਕਾਂਗਰਸੀਆਂ ਨੇ ਲੁੱਟ ਕੇ ਕੁੱਟ ਕੇ ਖਾਧਾ। ਜੋ ਸਰਕਾਰੀ ਖਜ਼ਾਨੇ 'ਚ ਪੈਸਾ ਜਮ੍ਹਾਂ ਹੋਣਾ ਚਾਹੀਦਾ ਸੀਗਾ, ਉਹ ਐਕਸਾਈਜ਼ ਡਿਪਾਰਟਮੈਂਟ ਹੋਵੇ, ਰੈਵਨਿਊ ਡਿਪਾਰਟਮੈਂਟ ਹੋਵੇ, ਆਪਣਾ ਮਾਈਨਿੰਗ ਦਾ ਹੋਵੇ, ਉਹ ਨਹੀਂ ਹੋਇਆ ਅਤੇ ਲੋਕਾਂ ਦਾ ਜਿਹੜਾ ਪੈਸਾ ਸੀ ਇਹ ਸਾਰੇ ਖਾ ਗਏ। ਗਰੀਬ ਜਿਹੜੇ ਸਾਡੇ SC ਭਾਈਚਾਰੇ ਦਾ ਜਿਹੜਾ ਵਜ਼ੀਫੇ ਜੋ ਪੈਸੇ ਸੈਂਟਰ ਸਰਕਾਰ 'ਚ ਆਉਂਦੇ ਆ, ਉਹ ਵੀ ਖਾ ਗਏ। ਸੋ ਮੈਂ ਸਮਝਦਾ ਕਿ ਇਹਨਾਂ ਕੋਲ ਕੋਈ ਰੋਡ ਮੈਪ ਨਹੀਂ ਹੈ। ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਦੀ ਆ ਅਤੇ ਪੰਜਾਬ ਦਾ ਨੂੰ ਕੋਈ ਆਰਥਿਕ ਪੈਕੇਜ ਦਿੱਤਾ ਜਾ ਸਕਦਾ ਜਿਸ ਦੇ ਨਾਲ ਕਿ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ਦੇ ਉੱਪਰ ਆ ਸਕਦਾ।
ਪਰ ਜਿਹੜੇ ਸਾਡੇ ਕਿਸਾਨੀ ਵੀਰਾਂ ਦੇ ਜਿਹੜੇ ਹੈਗੇ ਆ, ਮੈਂ ਖੁਦ ਕਿਸਾਨ ਆ, ਜਿਹੜੇ ਕਿਸਾਨੀ ਸਾਡੇ ਛੋਟੇ ਜ਼ਿਮੀਂਦਾਰ ਆ, ਉਹ ਵਿਚਾਰਾ ਕੋਈ ਲੱਖ ਰੁਪਈਏ ਬਦਲੇ ਖੁਦਕੁਸ਼ੀ ਕਰ ਜਾਂਦਾ, ਕੋਈ 2 ਲੱਖ ਲਈ ਖੁਦਕੁਸ਼ੀ ਕਰ ਜਾਂਦਾ। ਬੜਾ ਇੱਕ ਚਿੰਤਾ ਦਾ ਵਿਸ਼ਾ ਆ। ਅਸੀਂ ਉਹਨਾਂ ਵਾਸਤੇ ਵੀ ਗੱਲ ਜਿਹੜੀ ਆ ਹਾਈ ਕਮਾਂਡ ਦੇ ਨਾਲ ਕੀਤੀ ਆ ਕਿ ਤੁਸੀਂ ਆਪਣੀ ਚੋਣ ਮੈਨੀਫੈਸਟੋ ਦੇ ਵਿੱਚ ਕੋਈ ਕਿਸਾਨਾਂ ਵਾਸਤੇ, ਕੋਈ ਮਜ਼ਦੂਰਾਂ ਵਾਸਤੇ, ਗਰੀਬਾਂ ਵਾਸਤੇ, ਵਪਾਰੀਆਂ ਵਾਸਤੇ, ਹਰ ਇੱਕ ਵਰਗ ਦਾ ਖਿਆਲ ਰੱਖ ਕੇ ਆਪਾਂ ਇਹਨੂੰ ਪੰਜਾਬ ਨੂੰ ਤਰੱਕੀ ਦੀ ਲੀਹਾਂ 'ਤੇ ਕਿੱਦਾਂ ਮੁੜ ਕੇ ਲੈ ਕੇ ਆਉਣਾ, ਆਪਾਂ ਉਸ ਬਾਰੇ ਵੀ ਸਾਰਾ ਪਲਾਨ ਕਰ ਰਹੇ ਹਾਂ। ਦੂਜੀ ਗੱਲ, ਸਾਡੇ ਜਿਹੜੇ ਆਮ ਅਸੀਂ ਪਿੰਡਾਂ ਜਾਈਦਾ ਅਤੇ ਉਹ ਕਹਿੰਦੇ ਕਿ ਭਾਈ ਬੰਦੀ ਸਿੰਘਾਂ ਦੀ ਰਿਹਾਈ ਜ਼ਰੂਰ ਹੋਣੀ ਚਾਹੀਦੀ ਆ। ਹੁਣ ਜਦੋਂ ਆਪਾਂ ਜੀ ਸਰਕਾਰ ਦੇ ਵਿੱਚ ਸਰਕਾਰ ਦਾ ਹਿੱਸਾ ਹੋਵਾਂਗੇ, ਆਪਾਂ ਤਾਂ ਹੀ ਕੋਈ ਕੰਮ ਕਿਸੇ ਨੂੰ ਕਹਿ ਕੇ ਕਰਵਾ ਸਕਦੇ ਹਾਂ ਨਾ ਜੀ। ਸੋ ਮੈਂ ਉਹਨਾਂ ਨਾਲ ਗੱਲ ਕੀਤੀ ਹਾਈ ਕਮਾਂਡ ਦੇ ਨਾਲ, ਅਤੇ ਉਹਨਾਂ ਨੇ ਕਿਹਾ ਕਿ ਕੋਈ ਤਕਰੀਬਨ ਮੇਰੇ ਖਿਆਲ ਨਾਲ 1.5 ਤੋਂ ਸ਼ਾਇਦ 200 ਦੇ ਕਰੀਬ ਬੰਦੀ ਸਿੰਘ ਹੈਗੇ ਆ ਜਿਨ੍ਹਾਂ ਨੇ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਔਰ ਵਿਚਾਰੇ ਬਜ਼ੁਰਗ ਹੋ ਚੁੱਕੇ ਆ। ਔਰ ਉਹਨਾਂ ਨੇ ਕਿਹਾ ਕਿ ਅਸੀਂ ਸਟੇਟਾਂ ਤੋਂ ਰਿਪੋਰਟਾਂ ਮੰਗੀਆਂ ਹੋਈਆਂ ਆਲਰੇਡੀ ਇਹਦੇ ਬਾਰੇ, ਅਤੇ ਅਸੀਂ ਇਹ ਵੀ ਕੰਮ ਜ਼ਰੂਰ ਕਰਨਾ ਹੈ। ਸੋ ਜਦੋਂ ਆਪਾਂ ਕੋਈ ਲੋਕਾਂ ਦਾ ਭਲਾ ਕਰਨਾ ਹੋਵੇ ਤਾਂ ਫਿਰ ਆਪਾਂ ਨੂੰ ਪਾਵਰ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਆ। ਸੋ ਮੈਂ ਸਮਝਦਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾ ਸਕਦੀ ਆ, ਕੋਈ ਆਰਥਿਕ ਪੈਕੇਜ ਦੇ ਕੇ ਜਾਂ ਕੋਈ ਚੋਣ ਮੈਨੀਫੈਸਟੋ ਜਾਰੀ ਕਰਕੇ। ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਵਾਂਗੇ। ਸੈਂਟਰ ਸਰਕਾਰ ਸਾਡੀ ਪਹਿਲਾਂ ਹੈਗੀ ਆ ਜੀ, ਡਬਲ ਇੰਜਨ ਸਰਕਾਰ ਲਾ ਕੇ ਪੰਜਾਬ ਨੂੰ, ਜਿਹੜਾ ਕਿ ਇਹਨਾਂ ਨੇ ਪਾਰਟੀਆਂ ਨੇ ਪਹਿਲਾਂ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ, ਉਹਨੂੰ ਤਰੱਕੀਆਂ ਦੀਆਂ ਲੀਹਾਂ 'ਤੇ ਲੈ ਕੇ ਜਾਵਾਂਗੇ। ਮੈਂ ਤੁਹਾਨੂੰ ਵਾਪਸ ਕਪੂਰਥਲਾ ਹਲਕੇ 'ਚ ਲੈ ਕੇ ਆਵਾਂ। ਨਗਰ ਨਿਗਮ ਬਣਾਇਆ ਗਿਆ, ਨਗਰ ਕੌਂਸਲ ਤੋਂ ਵਾਰਡਾਂ ਦੀ ਗਿਣਤੀ 50 ਕਰ ਦਿੱਤੀ ਗਈ ਹੈ। ਕੀ ਤੁਹਾਨੂੰ ਲੱਗਦਾ ਵਾ ਵੀ ਨਿਗਮ ਬਣਾ ਕੇ ਉਹ ਕੰਮ ਹੋ ਗਏ ਆ ਜੋ ਹੋਣੇ ਚਾਹੀਦੇ ਸੀਗੇ, ਜਾਂ ਸਿਰਫ ਵਾਰਡ ਹੀ ਵਧਾਏ ਗਏ ਆ, ਇਲਾਕੇ ਨਵੇਂ ਸ਼ਾਮਲ ਨਹੀਂ ਕੀਤੇ ਗਏ, ਵਿਕਾਸ ਦੇ ਕੰਮ ਅਧੂਰੇ ਹਾਲੇ? ਇਹ ਕੰਮ ਬਹੁਤ ਗਲਤ ਹੋਇਆ ਜੀ, ਕਿਉਂਕਿ ਨਗਰ ਨਿਗਮ ਕਪੂਰਥਲੇ ਨੂੰ ਜ਼ਰੂਰਤ ਨਹੀਂ ਸੀ। ਉਹਦੇ ਉੱਪਰ ਜਿਹੜਾ ਹੋਰ ਆਪਣਾ ਖਰਚੇ ਦਾ ਬੋਝ ਸਾਡੇ ਨਗਰ ਨਿਗਮ ਕਪੂਰਥਲਾ ਦੇ ਉੱਪਰ ਪੈ ਗਿਆ, ਜਿਸ ਦੇ ਨਾਲ ਕਿ ਸਾਡੇ ਲੋਕਾਂ ਦਾ ਆਮ ਨੁਕਸਾਨ ਹੋ ਰਿਹਾ। ਔਰ ਦੂਜੀ ਤੁਹਾਨੂੰ ਮੈਂ ਵੱਡੀ ਗੱਲ ਦੱਸਾਂ ਕਿ ਉੱਥੇ ਕਿ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਗਰੀਬਾਂ ਵਾਸਤੇ ਆਉਂਦੀਆਂ ਜਾਂ ਲੋਕਾਂ ਵਾਸਤੇ ਆਉਂਦੀਆਂ, ਉੱਥੇ ਕਾਂਗਰਸ ਨੇ ਇੱਕ ਦੋ ਲੀਡਰ ਆਪਣੇ ਬਿਠਾਏ ਹੋਏ ਆ, ਈਓ ਸਾਹਿਬ ਦੇ ਕਮਰੇ ਦੇ ਬਾਹਰ ਜਾਂ ਕਮਿਸ਼ਨਰ ਦੇ ਕਮਰੇ ਦੇ ਬਾਹਰ ਲਾਗੇ ਨਾਲ ਦੇ। ਉਹ ਇਕੱਲਾ ਕਾਂਗਰਸੀ ਬੰਦਾ ਜਾਊਗਾ ਤਾਂ ਉਹਦਾ ਕੰਮ ਹੋਊਗਾ। ਜੇ ਕਿਸੇ ਹੋਰ ਕਿਸੇ ਪਾਰਟੀ ਦਾ ਬੰਦਾ ਚੱਲ ਗਿਆ ਤਾਂ ਉਹਨੂੰ ਕੋਈ ਨਾ ਫਾਰਮ ਮਿਲਣਾ ਉਹਨੂੰ ਉੱਥੋਂ, ਤਾਂ ਨਾ ਕੋਈ ਕੰਮ ਹੋਣਾ ਉਹਦਾ। ਹੁਣ ਜੇ ਗੱਲ ਕਰੀਏ ਪਿਛਲੇ 4.5 ਸਾਲ 'ਚ ਕਾਂਗਰਸ ਦੇ ਰਾਜ ਦੀ, ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅਤੇ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਬਦਲਿਆ ਗਿਆ ਵੀ ਇਹ ਪ੍ਰਬੰਧ ਵਧੀਆ ਨਹੀਂ ਚਲਾਇਆ ਗਿਆ, ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਵਧੀਆ ਨਹੀਂ ਚਲਾਈ ਗਈ, ਔਰ 111 ਦਿਨਾਂ ਦਾ ਕਾਰਜਕਾਲ ਉਹਨਾਂ ਦਾ, ਉਹ ਆਪਣੀਆਂ ਬੜੀਆਂ ਉਪਲਬਧੀਆਂ ਗਿਣਾਉਂਦੇ ਆ। ਇਹਨੂੰ ਕਾਰਜਕਾਲ, ਦੋਨਾਂ ਦੇ ਕਾਰਜਕਾਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ ਜੀ, ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਲੋਕ ਸਮਝਦਾਰ ਹੋ ਗਏ ਆ। ਲੋਕ ਇਹਨਾਂ ਦੀ ਚਾਲਾਂ ਵਿੱਚ ਆਉਣ ਵਾਲੇ ਨਹੀਂ ਗੀ। ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦਾ ਨੁਕਸਾਨ ਕੀਤਾ, ਝੂਠੇ ਲਾਰੇ ਲਾ ਕੇ, ਝੂਠੇ ਵਾਅਦੇ ਕਰ ਕਰਕੇ, ਕਿਸਾਨਾਂ ਦੇ ਕਰਜ਼ੇ 'ਤੇ ਲੀਕ ਫੇਰ ਦਿਆਂਗੇ, ਬੈਂਕਾਂ ਦਾ ਹੋਵੇ, ਆੜ੍ਹਤੀਆਂ ਦਾ ਹੋਵੇ, ਸੁਸਾਇਟੀਆਂ ਦਾ ਹੋਵੇ, ਦੱਸੋ ਕਿਹਦਾ ਮਾਫ ਹੋਇਆ ਜੀ? ਸੋ ਮੈਂ ਸਮਝਦਾ ਕਿ ਜਿਹੜਾ ਚਰਨਜੀਤ ਸਿੰਘ ਚੰਨੀ ਬਣਾਇਆ, ਇੱਕ ਮਖੌਟਾ ਹੀ ਬਦਲਿਆ ਆਪਣੇ ਜਿਹੜਾ ਕਾਂਗਰਸ ਪਾਰਟੀ ਨੇ। ਕਿਉਂਕਿ ਜਿਹੜਾ ਰਾਹੁਲ ਗਾਂਧੀ ਆ, ਉਹ ਪੰਜਾਬ ਪ੍ਰਧਾਨ ਸਾਹਿਬ ਆ ਜਾਂ ਉਹ ਹੈਗੇ ਕਾਂਗਰਸ ਦੇ ਲੀਡਰ ਆ, ਉਹ ਇੰਨੇ ਕਾਬਲ ਨਹੀਂ ਹੈ, ਦੂਰਅੰਦੇਸ਼ੀ ਨਹੀਂ ਹੈ ਕਿ ਪੰਜਾਬ ਵਿੱਚ ਉਹਨਾਂ ਨੇ ਕਿੱਦਾਂ ਕੰਮ ਕਰਨਾ। ਕਾਂਗਰਸ ਆਪਸ 'ਚ ਪਾਟੋ ਧਾੜ ਹੋਈ ਪਈ ਆ। ਉਹ ਸਿੱਧੂ ਸਾਹਿਬ ਕਹਿੰਦੇ ਆ ਕਿ ਮੈਂ ਮੁੱਖ ਮੰਤਰੀ ਹਾਂ, ਚੰਨੀ ਸਾਹਿਬ ਕਹਿੰਦੇ ਮੈਂ ਮੁੱਖ ਮੰਤਰੀ ਹਾਂ। ਚੰਨੀ ਸਾਹਿਬ ਦਾ ਜਿਹੜਾ ਕਾਰਜਕਾਲ ਆ ਉਹ ਸਿਵਾਏ ਐਲਾਨਜੀਤ ਸਿੰਘ ਤੋਂ ਕੋਈ ਜ਼ਿਆਦਾ ਨਹੀਂ ਹੋ ਸਕਿਆ, ਕਿਉਂਕਿ ਐਲਾਨ ਹੀ ਕਰ ਸਕਿਆ। ਜਿਹੜੇ ਇੰਪਲੀਮੈਂਟ ਕਰਨਾ ਆਪਣਾ ਗਰਾਊਂਡ ਲੈਵਲ 'ਤੇ ਇੰਪਲੀਮੈਂਟ ਨਹੀਂ ਕਰ ਸਕੇ ਉਹ ਜਿਹੜਾ ਸਰਕਾਰ ਦਾ ਜਿਹੜੇ ਇਹਦੇ ਐਲਾਨ ਆ, ਉਹ ਅਗਲੀ ਆਉਣ ਵਾਲੀ ਸਰਕਾਰ ਵਾਸਤੇ ਬੋਝ ਬਣ ਗਏ ਆ ਕਿ ਵੀ ਉਹ ਜਿਹੜੇ ਇੰਨਾ ਪੈਸਾ ਪੰਜਾਬ 'ਚ ਕਿੱਥੋਂ ਆਊਗਾ ਅਤੇ ਕਿੱਦਾਂ ਡਿਵੈਲਪ ਕਰਾਂਗੇ। ਆਪਣੇ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਉਹ ਪਾਰਟੀ ਨਾਲ ਜੁੜਨ 'ਤੇ ਤੁਹਾਨੂੰ ਵੋਟਾਂ ਪਾਉਣ? ਮੈਂ ਜੀ ਸਾਰਿਆਂ ਨੂੰ ਬੇਨਤੀ ਕਰਦਾ, ਸਾਰੇ ਭੈਣਾਂ ਭਰਾਵਾਂ ਨੂੰ, ਨੌਜਵਾਨਾਂ ਵੀਰਾਂ ਨੂੰ, ਕਿ ਆਪਾਂ ਪਿਛਲਾ 20 ਸਾਲ ਦਾ ਜੋ ਰਾਣਾ ਗੁਰਜੀਤ ਸਿੰਘ ਹੋਣਾ ਦਾ ਮਾਫੀਆ ਰਾਜ ਕਹਿ ਲਓ, ਡਰ ਵਾਲਾ ਭੈ ਵਾਲਾ ਮਾਹੌਲ ਕਹਿ ਲਓ, ਆਪਾਂ ਉਹ ਸਾਰਿਆਂ ਨੇ ਉਹਨਾਂ ਨੂੰ 20 ਸਾਲ ਦੇਖ ਲਿਆ। ਸਾਰਾ ਟੱਬਰ ਆਪਾਂ MLA ਮੰਤਰੀ ਬਣਾਤੇ। ਇਸ ਵਾਰ ਜਿਹੜਾ ਹੈਗਾ ਤੁਹਾਡਾ ਆਪਣਾ ਬੱਚਾ, ਤੁਹਾਡਾ ਆਪਣਾ ਕਿਸੇ ਦਾ ਭਰਾ ਹੋਊਗਾ, ਭਤੀਜਾ ਹੋਊਗਾ, ਉਹ ਤੁਸੀਂ ਉਹ ਰਣਜੀਤ ਸਿੰਘ ਖੋਜੇਵਾਲ ਨੂੰ ਜਿਹੜਾ ਕਮਲ ਦੇ ਫੁੱਲ ਦੇ ਉੱਪਰ ਬਟਨ ਦਬਾ ਕੇ ਕਾਮਯਾਬ ਕਰੋ। ਤਾਂ ਜੋ ਦੇਖੋ ਜੀ, ਮੈਂ 20 ਸਾਲ ਰਾਜਨੀਤੀ ਵਿੱਚ ਮੈਨੂੰ ਹੋ ਗਿਆ, ਕੋਈ ਇੱਕ ਵੀ ਐਲੀਗੇਸ਼ਨ ਜਿਹੜਾ ਮੇਰੇ ਉੱਪਰ ਬਾਬੇ ਦੀ ਕਿਰਪਾ ਦੇ ਨਾਲ ਨਿਗਾ ਹੈਗਾ। ਮੈਂ ਇਮਾਨਦਾਰੀ ਦੇ ਨਾਲ ਅਤੇ ਸਾਫ਼ ਸੁਥਰੀ ਰਾਜਨੀਤੀ ਕੀਤੀ ਆ। ਉਲਟਾ ਰਾਣਾ ਗੁਰਜੀਤ ਸਿੰਘ ਵੱਲੋਂ ਮੇਰੇ ਦੇ ਉੱਪਰ ਝੂਠਾ ਇੱਕ ਸੁਹਾਗਾ ਚੋਰੀ ਦਾ ਪਰਚਾ ਜ਼ਰੂਰ ਕਰਵਾ ਦਿੱਤਾ ਗਿਆ ਕਿ ਬੰਦਾ ਦਾਗੀ ਹੋ ਜਾਵੇ, ਉਹਦਾ ਹਰਾਸਮੈਂਟ ਹੋ ਜਾਂਦੀ, ਹੋਰ ਕੁਛ ਨਹੀਂ ਹੁੰਦਾ। ਪਰ ਮੈਂ ਸਮਝਦਾ ਕਿ ਜਿਹੜੀ ਰਾਜਨੀਤੀ ਹੈ ਕਪੂਰਥਲੇ ਵਿੱਚ, ਝੂਠੇ ਪਰਚਿਆਂ ਦੀ, ਨਸ਼ੇ ਦੇ, ਇਹ ਸਾਰੇ ਨੂੰ ਠੱਲ ਤਾਂ ਹੀ ਪਾ ਜਾ ਸਕਦੀ ਹੈ ਜੇ ਆਪਾਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣੇ ਅਤੇ ਮੈਂ ਇੱਥੋਂ MLA ਬਣ ਕੇ ਲੋਕਾਂ ਦਾ ਸੇਵਾਦਾਰ ਬਣ ਸਕਾਂ।
ਇਹ ਸਨ ਸਾਡੇ ਨਾਲ ਜਥੇਦਾਰ ਰਣਜੀਤ ਸਿੰਘ ਖੋਜੇਵਾਲ, ਜੋ ਕਿ ਭਾਰਤੀ ਜਨਤਾ ਪਾਰਟੀ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਹਨ। ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਬੜੇ ਬੇਬਾਕੀ ਤਰੀਕੇ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਔਰ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਲਈ ਕੀ ਰੋਡ ਮੈਪ ਹੈ, ਕੀ ਉਹ ਕਰਨਾ ਚਾਹੁੰਦੇ ਹਨ ਔਰ ਪੰਜਾਬ ਲਈ, ਪੰਜਾਬੀਅਤ ਲਈ ਭਾਜਪਾ ਵੱਲੋਂ ਕੀ ਸੋਚ ਰੱਖੀ ਜਾ ਰਹੀ ਹੈ। ਉਹਨਾਂ ਨੇ ਹਲਕੇ ਦੇ ਨਾਲ ਸੰਬੰਧਿਤ ਵੀ ਗੱਲ ਕੀਤੀ, ਸਿਹਤ ਸਹੂਲਤਾਂ ਹੋਣ ਜਾਂ ਨਗਰ ਨਿਗਮ ਦੀ ਗੱਲ ਹੋਵੇ, ਉਸ ਸੰਬੰਧੀ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ। ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ, ਹੋਰ ਉਮੀਦਵਾਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ, ਉਹਨਾਂ ਦੇ ਵਿਚਾਰ ਜਾਣਾਂਗੇ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਮਰਜੀਤ ਸਿੰਘ ਸਡਾਨਾ, ਕਪੂਰਥਲਾ।